ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਈ ਜਿਸ ਦੇ ਵਿੱਚ ਕਈ ਵੱਡੇ ਫੈਸਲਿਆਂ ਤੇ ਮੁਹਰ ਲੱਗੀ ਹੈ। ਦਰਅਸਲ ਇਸ ਦੌਰਾਨ ਇੱਕ ਵੱਡੀ ਸੌਗਾਤ ਗਰੁੱਪ ਡੀ ਦੇ ਵਿੱਚ ਭਰਤੀਆਂ ਨੂੰ ਲੈ ਕੇ ਮਿਲੀ ਹੈ, ਜਿਸ ਦੇ ਵਿੱਚ ਗਰੁੱਪ ਡੀ ਦੇ ਵਿੱਚ ਭਰਤੀ ਉਮਰ ਸੀਮਾ 35 ਤੋਂ ਵਧਾ ਕੇ 37 ਸਾਲ ਕਰ ਦਿੱਤੀ ਗਈ ਹੈ। ਜੀ ਹਾਂ, ਇਸ ਤੋਂ ਇਲਾਵਾ ਸੀਡ 1956 ਐਕਟ ਦੇ ਵਿੱਚ ਸੋਧ ਕੀਤੀ ਗਈ ਹੈ, ਜਿਸ ਦੇ ਵਿੱਚ ਕਿਸਾਨਾਂ ਨੂੰ ਨਕਲੀ ਜਾਂ ਫਿਰ ਘਟੀਆ ਕੁਆਲਿਟੀ ਦੇ ਬੀਜ ਵੇਚਣ ਵਾਲਿਆਂ ਦੇ ਖਿਲਾਫ ਸਖਤ ਸਜ਼ਾ ਤੇ ਜੁਰਮਾਨੇ ਦੀ ਤਜਵੀਜ਼ ਕੀਤੀ ਗਈ ਹੈ। ਗਰੁੱਪ ਡੀ ਦੀਆਂ ਅਸਾਮੀਆਂ ਨੂੰ ਭਰਨ ਦੀ ਉਮਰ ਸੀਮਾ ਜੋ ਕਿ 18 ਤੋਂ 35 ਸਾਲ ਸੀ, ਹੁਣ ਇਸ ਦੇ ਵਿੱਚ 2 ਸਾਲ ਦਾ ਵਾਧਾ ਹੋਇਆ, ਯਾਨੀ ਕਿ 37 ਸਾਲ ਕਰ ਦਿੱਤੀ ਗਈ ਹੈ। ਤੇ ਵਨ ਟਾਈਮ ਸੈਟਲਮੈਂਟ ਸਕੀਮ ਦੇ ਅਧੀਨ ਏਕੀਕ੍ਰਿਤ ਪੇਂਡੂ ਵਿਕਾਸ ਪ੍ਰੋਗਰਾਮ ਦੇ ਨਾਲ ਸੰਬੰਧਿਤ ਮਾਮਲੇ ਲੰਬੇ ਸਮੇਂ ਤੋਂ ਹੀ ਲੰਬਿਤ ਸਨ। ਤਾਂ ਪੰਜਾਬ ਰਾਜ ਐਕਟ 1935 ਤੋਂ ਬਾਅਦ ਇਸ ਐਕਟ ਦੇ ਵਿੱਚ ਕੋਈ ਸੋਧ ਨਹੀਂ ਹੋਈ। ਉਸ ਸਮੇਂ ਉਦਯੋਗਾਂ ਨੂੰ 2000 ਤੋਂ 10,000 ਸੀਡ ਮਨੀ ਵਜੋਂ ਦਿੱਤੇ ਜਾਂਦੇ ਸਨ। ਇਹ ਮਾਮਲਾ ਲੰਬੇ ਸਮੇਂ ਤੋਂ ਹੀ ਪੈਂਡਿੰਗ ਸੀ ਤੇ ਸਰਕਾਰ ਨੇ ਹੁਣ ਇਸ ਦਾ ਨਿਪਟਾਰਾ ਕਰ ਦਿੱਤਾ ਹੈ। 97 ਕਰੋੜ ਦਾ ਕਰਜ਼ਾ ਮੁਆਫ ਹੋਇਆ ਹੈ, ਜਿਸ ਦੇ ਵਿੱਚ 1054 ਲਾਭਪਾਤਰੀਆਂ ਨੂੰ ਲਾਭ ਮਿਲਿਆ ਤੇ ਸਰਕਾਰ ਨੂੰ 11.94 ਕਰੋੜ ਰੁਪਏ ਵਾਪਸ ਮਿਲਣਗੇ। ਤਾਂ ਦੱਸ ਦਈਏ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਤੋਂ ਪਸ਼ੂ ਪਾਲਣ ਵਿਭਾਗ ਦੇ ਵਿੱਚ ਤਬਦੀਲ ਕੀਤੇ ਕਰਮਚਾਰੀਆਂ ਦਾ ਕਾਰਜਕਾਲ 1 ਸਾਲ ਵਧਾ ਦਿੱਤਾ ਗਿਆ। ਹੁਣ ਇਹ ਕਰਮਚਾਰੀ ਪਸ਼ੂ ਪਾਲਣ ਵਿਭਾਗ ਦੇ ਵਿੱਚ 31 ਮਾਰਚ 2026 ਤੱਕ ਸੇਵਾ ਨਿਭਾ ਸਕਣਗੇ। ਹਾਲਾਂਕਿ ਪੰਜਾਬ ਵੈਲਿਊ ਐਡਿਡ ਟੈਕਸ ਯਾਨੀ ਕਿ ਵੈਟ ਟ੍ਰਿਬਿਊਨਲ ਦੇ ਚੇਅਰਮੈਨ ਤੇ ਮੈਂਬਰਾਂ ਨੂੰ ਪਹਿਲਾਂ ਹਾਈ ਕੋਰਟ ਦੇ ਜੱਜਾਂ ਦੇ ਬਰਾਬਰ ਤਨਖਾਹ ਮਿਲਦੀ ਸੀ, ਹੁਣ ਉਹਨਾਂ ਦੇ ਲਈ ਪੰਜਾਬ ਦੀ ਤਨਖਾਹ ਸਕੇਲ ਲਾਗੂ ਹੋਣਗੇ। ਇਸ ਦੇ ਨਾਲ ਹੀ ਸਰਕਾਰੀ ਖਜ਼ਾਨੇ ਤੇ ਤਨਖਾਹ, ਮਕਾਨ ਕਿਰਾਏ ਤੇ ਡੀਏ ਵਰਗੇ ਭੱਤਿਆਂ ਦਾ ਬੋਝ ਘੱਟ ਜਾਵੇਗਾ। ਤਾਂ ਪੰਜਾਬ ਦੇ ਵਿੱਚ ਘਟੀਆ ਬੀਜਾਂ ਦੀ ਸਪਲਾਈ ਦੀ ਸਮੱਸਿਆ ਨੂੰ ਵੇਖਦਿਆਂ ਸਰਕਾਰ ਬੀਜ ਬਿੱਲ 2025 ਲਿਆ ਰਹੀ ਹੈ। ਭਾਰਤ ਸਰਕਾਰ ਦੇ ਦੁਆਰਾ ਬਣਾਏ ਗਏ ਬੀਜ ਐਕਟ 1966 ਦੀਆਂ ਧਾਰਾਵਾਂ ਦੇ ਵਿੱਚ ਸੋਧ ਕੀਤੀ ਗਈ। ਇਸ ਸੋਧ ਦੇ ਮੁਤਾਬਕ ਜੇ ਕੋਈ ਬੀਜ ਕੰਪਨੀ ਜਾਂ ਫਿਰ ਉਤਪਾਦਕ ਘਟੀਆ ਬੀਜ ਸਪਲਾਈ ਕਰਨ ਦਾ ਦੋਸ਼ੀ ਪਾਇਆ ਜਾਂਦਾ ਤਾਂ ਪਹਿਲੀ ਵਾਰ 1 ਤੋਂ 2 ਸਾਲ ਦੀ ਸਜ਼ਾ, 5 ਤੋਂ 10 ਲੱਖ ਦਾ ਜੁਰਮਾਨਾ, ਜੇਕਰ ਉਹੀ ਅਪਰਾਧ ਦੁਬਾਰਾ ਹੁੰਦਾ ਤਾਂ 2 ਤੋਂ 3 ਸਾਲ ਦੀ ਸਜ਼ਾ, 10 ਤੋਂ 50 ਲੱਖ ਦਾ ਜੁਰਮਾਨਾ ਹੋਵੇਗਾ। ਜੇਕਰ ਡੀਲਰ ਪਹਿਲੀ ਵਾਰ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ 6 ਮਹੀਨੇ ਤੋਂ 1 ਸਾਲ ਦੀ ਸਜ਼ਾ ਤੇ 1 ਲੱਖ ਤੋਂ 5 ਲੱਖ ਦਾ ਜੁਰਮਾਨਾ ਕੀਤਾ ਜਾਵੇਗਾ। ਜੇਕਰ ਦੁਬਾਰਾ ਅਪਰਾਧੀ ਹੁੰਦਾ ਤਾਂ ਸਜ਼ਾ 1 ਤੋਂ 2 ਸਾਲ ਹੋਵੇਗੀ ਤੇ ਜੁਰਮਾਨਾ 5 ਤੋਂ 10 ਲੱਖ ਹੋਵੇਗਾ। ਸਰਕਾਰ ਅਨਾਜ ਦੀ ਢੋਆ ਢੁਆਈ ਤੇ ਢੋਆ ਢੁਆਈ ਨੀਤੀ ਸੰਬੰਧੀ ਇੱਕ ਨਵੀਂ ਨੀਤੀ ਲਿਆਏਗੀ ਜੋ ਕਿ ਅਗਲੇ 3 ਸਾਲਾਂ ਤੱਕ ਚੱਲੇਗੀ। ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਈ ਜਿਸ ਦੇ ਵਿੱਚ ਕਈ ਵੱਡੇ ਫੈਸਲਿਆਂ ਤੇ ਮੁਹਰ ਲੱਗੀ ਹੈ। ਦਰਅਸਲ ਇਸ ਦੌਰਾਨ ਇੱਕ ਵੱਡੀ ਸੌਗਾਤ ਗਰੁੱਪ ਡੀ ਦੇ ਵਿੱਚ ਭਰਤੀਆਂ ਨੂੰ ਲੈ ਕੇ ਮਿਲੀ ਹੈ, ਜਿਸ ਦੇ ਵਿੱਚ ਗਰੁੱਪ ਡੀ ਦੇ ਵਿੱਚ ਭਰਤੀ ਉਮਰ ਸੀਮਾ 35 ਤੋਂ ਵਧਾ ਕੇ 37 ਸਾਲ ਕਰ ਦਿੱਤੀ ਗਈ ਹੈ। ਜੀ ਹਾਂ, ਇਸ ਤੋਂ ਇਲਾਵਾ ਸੀਡ 1956 ਐਕਟ ਦੇ ਵਿੱਚ ਸੋਧ ਕੀਤੀ ਗਈ ਹੈ, ਜਿਸ ਦੇ ਵਿੱਚ ਕਿਸਾਨਾਂ ਨੂੰ ਨਕਲੀ ਜਾਂ ਫਿਰ ਘਟੀਆ ਕੁਆਲਿਟੀ ਦੇ ਬੀਜ ਵੇਚਣ ਵਾਲਿਆਂ ਦੇ ਖਿਲਾਫ ਸਖਤ ਸਜ਼ਾ ਤੇ ਜੁਰਮਾਨੇ ਦੀ ਤਜਵੀਜ਼ ਕੀਤੀ ਗਈ ਹੈ। ਗਰੁੱਪ ਡੀ ਦੀਆਂ ਅਸਾਮੀਆਂ ਨੂੰ ਭਰਨ ਦੀ ਉਮਰ ਸੀਮਾ ਜੋ ਕਿ 18 ਤੋਂ 35 ਸਾਲ ਸੀ, ਹੁਣ ਇਸ ਦੇ ਵਿੱਚ 2 ਸਾਲ ਦਾ ਵਾਧਾ ਹੋਇਆ, ਯਾਨੀ ਕਿ 37 ਸਾਲ ਕਰ ਦਿੱਤੀ ਗਈ ਹੈ। ਤੇ ਵਨ ਟਾਈਮ ਸੈਟਲਮੈਂਟ ਸਕੀਮ ਦੇ ਅਧੀਨ ਏਕੀਕ੍ਰਿਤ ਪੇਂਡੂ ਵਿਕਾਸ ਪ੍ਰੋਗਰਾਮ ਦੇ ਨਾਲ ਸੰਬੰਧਿਤ ਮਾਮਲੇ ਲੰਬੇ ਸਮੇਂ ਤੋਂ ਹੀ ਲੰਬਿਤ ਸਨ। ਤਾਂ ਪੰਜਾਬ ਰਾਜ ਐਕਟ 1935 ਤੋਂ ਬਾਅਦ ਇਸ ਐਕਟ ਦੇ ਵਿੱਚ ਕੋਈ ਸੋਧ ਨਹੀਂ ਹੋਈ। ਉਸ ਸਮੇਂ ਉਦਯੋਗਾਂ ਨੂੰ 2000 ਤੋਂ 10,000 ਸੀਡ ਮਨੀ ਵਜੋਂ ਦਿੱਤੇ ਜਾਂਦੇ ਸਨ। ਇਹ ਮਾਮਲਾ ਲੰਬੇ ਸਮੇਂ ਤੋਂ ਹੀ ਪੈਂਡਿੰਗ ਸੀ ਤੇ ਸਰਕਾਰ ਨੇ ਹੁਣ ਇਸ ਦਾ ਨਿਪਟਾਰਾ ਕਰ ਦਿੱਤਾ ਹੈ। 97 ਕਰੋੜ ਦਾ ਕਰਜ਼ਾ ਮੁਆਫ ਹੋਇਆ ਹੈ, ਜਿਸ ਦੇ ਵਿੱਚ 1054 ਲਾਭਪਾਤਰੀਆਂ ਨੂੰ ਲਾਭ ਮਿਲਿਆ ਤੇ ਸਰਕਾਰ ਨੂੰ 11.94 ਕਰੋੜ ਰੁਪਏ ਵਾਪਸ ਮਿਲਣਗੇ। ਤਾਂ ਦੱਸ ਦਈਏ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਤੋਂ ਪਸ਼ੂ ਪਾਲਣ ਵਿਭਾਗ ਦੇ ਵਿੱਚ ਤਬਦੀਲ ਕੀਤੇ ਕਰਮਚਾਰੀਆਂ ਦਾ ਕਾਰਜਕਾਲ 1 ਸਾਲ ਵਧਾ ਦਿੱਤਾ ਗਿਆ। ਹੁਣ ਇਹ ਕਰਮਚਾਰੀ ਪਸ਼ੂ ਪਾਲਣ ਵਿਭਾਗ ਦੇ ਵਿੱਚ 31 ਮਾਰਚ 2026 ਤੱਕ ਸੇਵਾ ਨਿਭਾ ਸਕਣਗੇ। ਹਾਲਾਂਕਿ ਪੰਜਾਬ ਵੈਲਿਊ ਐਡਿਡ ਟੈਕਸ ਯਾਨੀ ਕਿ ਵੈਟ ਟ੍ਰਿਬਿਊਨਲ ਦੇ ਚੇਅਰਮੈਨ ਤੇ ਮੈਂਬਰਾਂ ਨੂੰ ਪਹਿਲਾਂ ਹਾਈ ਕੋਰਟ ਦੇ ਜੱਜਾਂ ਦੇ ਬਰਾਬਰ ਤਨਖਾਹ ਮਿਲਦੀ ਸੀ, ਹੁਣ ਉਹਨਾਂ ਦੇ ਲਈ ਪੰਜਾਬ ਦੀ ਤਨਖਾਹ ਸਕੇਲ ਲਾਗੂ ਹੋਣਗੇ। ਇਸ ਦੇ ਨਾਲ ਹੀ ਸਰਕਾਰੀ ਖਜ਼ਾਨੇ ਤੇ ਤਨਖਾਹ, ਮਕਾਨ ਕਿਰਾਏ ਤੇ ਡੀਏ ਵਰਗੇ ਭੱਤਿਆਂ ਦਾ ਬੋਝ ਘੱਟ ਜਾਵੇਗਾ। ਤਾਂ ਪੰਜਾਬ ਦੇ ਵਿੱਚ ਘਟੀਆ ਬੀਜਾਂ ਦੀ ਸਪਲਾਈ ਦੀ ਸਮੱਸਿਆ ਨੂੰ ਵੇਖਦਿਆਂ ਸਰਕਾਰ ਬੀਜ ਬਿੱਲ 2025 ਲਿਆ ਰਹੀ ਹੈ। ਭਾਰਤ ਸਰਕਾਰ ਦੇ ਦੁਆਰਾ ਬਣਾਏ ਗਏ ਬੀਜ ਐਕਟ 1966 ਦੀਆਂ ਧਾਰਾਵਾਂ ਦੇ ਵਿੱਚ ਸੋਧ ਕੀਤੀ ਗਈ। ਇਸ ਸੋਧ ਦੇ ਮੁਤਾਬਕ ਜੇ ਕੋਈ ਬੀਜ ਕੰਪਨੀ ਜਾਂ ਫਿਰ ਉਤਪਾਦਕ ਘਟੀਆ ਬੀਜ ਸਪਲਾਈ ਕਰਨ ਦਾ ਦੋਸ਼ੀ ਪਾਇਆ ਜਾਂਦਾ ਤਾਂ ਪਹਿਲੀ ਵਾਰ 1 ਤੋਂ 2 ਸਾਲ ਦੀ ਸਜ਼ਾ, 5 ਤੋਂ 10 ਲੱਖ ਦਾ ਜੁਰਮਾਨਾ, ਜੇਕਰ ਉਹੀ ਅਪਰਾਧ ਦੁਬਾਰਾ ਹੁੰਦਾ ਤਾਂ 2 ਤੋਂ 3 ਸਾਲ ਦੀ ਸਜ਼ਾ, 10 ਤੋਂ 50 ਲੱਖ ਦਾ ਜੁਰਮਾਨਾ ਹੋਵੇਗਾ। ਜੇਕਰ ਡੀਲਰ ਪਹਿਲੀ ਵਾਰ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ 6 ਮਹੀਨੇ ਤੋਂ 1 ਸਾਲ ਦੀ ਸਜ਼ਾ ਤੇ 1 ਲੱਖ ਤੋਂ 5 ਲੱਖ ਦਾ ਜੁਰਮਾਨਾ ਕੀਤਾ ਜਾਵੇਗਾ। ਜੇਕਰ ਦੁਬਾਰਾ ਅਪਰਾਧੀ ਹੁੰਦਾ ਤਾਂ ਸਜ਼ਾ 1 ਤੋਂ 2 ਸਾਲ ਹੋਵੇਗੀ ਤੇ ਜੁਰਮਾਨਾ 5 ਤੋਂ 10 ਲੱਖ ਹੋਵੇਗਾ। ਸਰਕਾਰ ਅਨਾਜ ਦੀ ਢੋਆ ਢੁਆਈ ਤੇ ਢੋਆ ਢੁਆਈ ਨੀਤੀ ਸੰਬੰਧੀ ਇੱਕ ਨਵੀਂ ਨੀਤੀ ਲਿਆਏਗੀ ਜੋ ਕਿ ਅਗਲੇ 3 ਸਾਲਾਂ ਤੱਕ ਚੱਲੇਗੀ।